ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਨੂੰ ਸੁਣ ਰਹੇ ਸਾਰੇ ਯੁਵਾ ਸਰੋਤਿਆਂ ਨੂੰ ਮੇਰੇ ਗੁਰਲੀਨ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਯੁਵਾ ਸਰੋਤਿਓ, ਪ੍ਰੋਗਰਾਮ ਯੁਵਾਣੀ ਦੇ ਦੌਰਾਨ ਅਸੀਂ ਕਿਸੇ ਨਾ ਕਿਸੇ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਿਸ ਦੀ ਜ਼ਿੰਦਗੀ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਤੇ ਇਸੇ ਲੜੀ ਦੀ ਕੜੀ ਦੇ ਤਹਿਤ ਸਾਡੇ ਨਾਲ ਨੇ ਅੱਜ ਜਸਵਿੰਦਰ ਕੌਰ। ਜਸਵਿੰਦਰ, ਤੁਹਾਡਾ ਅੱਜ ਇੱਥੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਲੀਨ। ਆਕਾਸ਼ਵਾਣੀ ਬਠਿੰਡਾ FM ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਸਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਥੋਂ, ਕਿਹੜੇ ਸ਼ਹਿਰ ਤੋਂ ਪੜ੍ਹਾਈ ਕੀਤੀ ਤੇ ਕੀ ਜ਼ਿੰਦਗੀ ਦਾ ਜਿਹੜਾ ਤੁਹਾਡਾ ਉਦੇਸ਼ ਹੈ? ਮੇਰਾ ਨਾਮ ਜਸਵਿੰਦਰ ਕੌਰ ਹੈ। ਮੈਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਮੇਰੀ ਜਿਹੜੀ ਪੜ੍ਹਾਈ ਹੈ ਮੈਂ ਆਪਣੀ ਮਾਸਟਰਸ ਜ਼ੂਲੌਜੀ ਦੇ ਵਿੱਚ ਕੀਤੀ। 2019 ਦੇ ਵਿੱਚ ਮੈਂ ਪਾਸ ਆਊਟ ਹੈ। DAV ਯੂਨੀਵਰਸਿਟੀ ਜਲੰਧਰ ਤੋਂ ਮੈਂ ਆਪਣੀ ਸਟੱਡੀ ਜਿਹੜੀ ਆ ਉਹ ਕੰਪਲੀਟ ਕੀਤੀ ਆ। ਜੀ ਜਸਵਿੰਦਰ, ਜਿਵੇਂ ਤੁਸੀਂ ਦੱਸਿਆ ਕਿ DAV ਯੂਨੀਵਰਸਿਟੀ ਜਲੰਧਰ ਤੋਂ ਤੁਸੀਂ ਪੜ੍ਹਾਈ ਕੀਤੀ, ਬੇਸ਼ੱਕ ਮਾਸਟਰਸ ਆਫ ਜੂਲੌਜੀ ਦੀ ਤੁਸੀਂ ਗੱਲ ਕੀਤੀ, ਕਾਫੀ ਮਿਹਨਤ ਮੁਸ਼ੱਕਤ ਹੈ ਜਿਹੜੀ ਉਹ ਇਸ ਸਮੇਂ ਦੇ ਦੌਰਾਨ ਕਰਨੀ ਪੈਂਦੀ ਆ। ਕੀ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਆਪਣੀ ਪੜ੍ਹਾਈ ਦੇ ਦੌਰਾਨ ਆਈਆਂ ਜਾਂ ਕੀ ਇਸ ਤੋਂ ਇਲਾਵਾ ਵੀ ਕੋਈ ਹੋਰ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਈਆਂ? ਮੁਸ਼ਕਿਲਾਂ ਦਾ ਆਉਣਾ ਇੱਕ ਨਿਸ਼ਾਨੀ ਹੈ ਇਨਸਾਨ ਦੇ ਅੱਗੇ ਵਧਣ ਦੀ। ਜਿਹੜਾ ਇਨਸਾਨ ਜ਼ਿੰਦਗੀ ਵਿੱਚ ਕੁਛ ਕਰਨਾ ਚਾਹੁੰਦਾ ਹੈ ਉਹੀ ਇਨਸਾਨਾਂ ਅੱਗੇ ਮੁਸ਼ਕਿਲਾਂ ਆਉਂਦੀਆਂ ਨੇ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਉਹਨਾਂ ਨੂੰ ਨਜਿੱਠਣ ਦੇ ਤਰੀਕੇ ਲੱਭਦੇ ਹੋਏ ਹੀ ਜ਼ਿੰਦਗੀ ਵਿੱਚ ਜਿਹੜਾ ਆ ਉਹ ਅੱਗੇ ਵਧਣ ਦੀ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਕਿਹਾ ਜਸਵਿੰਦਰ ਤੁਸੀਂ ਕਿ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਵੀ ਉਸ ਇਨਸਾਨ ਦੇ ਕੋਲ ਹੀ ਆਉਂਦੀਆਂ ਜਿਹੜਾ ਕੁਛ ਕਰਨ ਦੀ ਚਾਹ ਰੱਖਦਾ ਹੈ, ਕਿਉਂਕਿ ਜਦੋਂ ਅਸੀਂ ਕੋਈ ਨਾ ਕੋਈ ਨਵਾਂ ਤਜਰਬਾ ਜਿਹੜਾ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਤਾਂ ਹੀ ਸਾਨੂੰ ਕੁਝ ਜਿਹੜਾ ਨਵਾਂ ਹੈ ਉਹ ਦੇਖਣ ਨੂੰ ਮਿਲਦਾ ਹੈ ਜਾਂ ਕਿਸੇ ਨਵੀਂ ਮੁਸ਼ਕਿਲ ਦੇ ਸਾਨੂੰ ਪੇਸ਼ ਪੈਣਾ ਪੈਂਦਾ ਹੈ। ਇਸ ਦੇ ਨਾਲ ਹੀ ਜੇਕਰ ਤੁਹਾਡੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੀ ਕੋਈ ਅਜਿਹੀਆਂ ਮੁਸ਼ਕਿਲਾਂ ਵੀ ਆਈਆਂ ਜਿਨ੍ਹਾਂ ਨੇ ਕਦੇ ਇਹ ਤੁਹਾਨੂੰ ਮਹਿਸੂਸ ਕਰਵਾਇਆ ਹੋਵੇ ਕਿ ਅਗਲਾ ਪੜਾਅ ਹੈ ਜਿਹੜਾ ਉਹ ਕਿਹੋ ਜਿਹਾ ਹੋਵੇਗਾ ਜਾਂ ਕੀ ਕਰਨਾ ਪਵੇਗਾ, ਕੀ ਕੁਛ ਅੱਗੇ ਵਧੇਗਾ ਵੀ ਜ਼ਿੰਦਗੀ ਦੇ ਵਿੱਚ ਜਾਂ ਨਹੀਂ? ਰਾਈਟ ਨਾਓ ਇੱਕ ਜਿਹੜੀ ਲਾਈਫ ਚੱਲ ਰਹੀ ਹੈ ਉਹ ਚੱਲ ਰਹੀ ਹੈ ਜੋਬ ਦੇ ਰਿਗਾਰਡਿੰਗ, ਰਾਈਟ। ਤਾਂ ਇਸ ਤੋਂ ਪਹਿਲਾਂ ਦਾ ਜਿਹੜਾ ਸਫ਼ਰ ਸੀ ਜਾਂ ਇਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਉਹ ਇੱਕ ਵਿਦਿਆਰਥੀ ਜੀਵਨ ਦਾ ਸਮਾਂ ਸੀ, ਜਿਹਦੇ ਦੌਰਾਨ ਜਿਹੜੀਆਂ ਮੁਸ਼ਕਿਲਾਂ ਸੀ ਇੱਕ ਵਿਦਿਆਰਥੀ ਲਈ ਉਹ ਪੜ੍ਹਾਈ ਨੂੰ ਲੈ ਕੇ ਸੀ, ਉਹਦੇ ਨਾਲ ਰਿਲੇਟਿਡ ਐਗਜ਼ਾਮਸ ਨੂੰ ਲੈ ਕੇ ਸੀ, ਇਹ ਸਾਰੀਆਂ ਮੁਸ਼ਕਿਲਾਂ ਸੀ। ਪਰ ਉਸ ਦੇ ਦੌਰਾਨ ਪੜ੍ਹਾਈ ਦੇ ਦੌਰਾਨ ਹੀ ਮੇਰਾ ਇੱਕ ਐਕਸੀਡੈਂਟ ਹੋਇਆ ਜਿਹਦੇ ਕਰਕੇ ਮੇਰੀ ਉਸ ਟਾਈਮ ਉਮਰ ਮਹਿਜ 18 ਕੁ ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ, ਜਿਹਦੇ ਕਰਕੇ ਮੇਰੀ ਸਪਾਈਨ ਦੇ ਵਿੱਚ ਸੱਟ ਲੱਗੀ। ਐਜ਼ ਅ ਰਿਜ਼ਲਟ ਸਪਾਈਨ 'ਚ ਸੱਟ ਲੱਗਣ ਨਾਲ ਉਹ ਸੱਟ ਇੰਨੀ ਕੁ ਸੀਵੀਅਰ ਹੋਈ ਕੁਛ ਕੁ ਸਾਲ ਪਾ ਕੇ ਕਿ ਇੱਕ ਟਾਈਮ 'ਤੇ ਮੈਂ ਕੰਪਲੀਟਲੀ ਮੇਰੀ ਬੋਡੀ ਜਿਹੜੀ ਸੀਗੀ ਉਹ ਹਾਫ ਪੈਰਾਲਾਈਜ਼ਡ ਹੋ ਗਈ ਬੋਡੀ। ਜਸਵਿੰਦਰ, ਜਿਵੇਂ ਤੁਸੀਂ ਕਿਹਾ ਕਿ ਇੱਕ ਸਮਾਂ ਆਇਆ ਜਦੋਂ ਲਗਭਗ ਅੱਧਾ ਜਿਹੜਾ ਸਰੀਰ ਕਹਿ ਦਈਏ ਉਹ ਪੈਰਾਲਾਈਜ਼ਡ ਹੋ ਗਿਆ, ਜਾਣੀ ਕਿ ਰਿਸਪੌਂਸ ਕਰਨਾ ਉਹਨੇ ਬੰਦ ਕਰ ਦਿੱਤਾ, ਕੋਈ ਕੰਮ ਹੈ ਜਿਹੜਾ ਉਹ ਤੁਸੀਂ ਨਹੀਂ ਸੀ ਕਰ ਸਕਦੇ। ਤਾਂ ਕੀ ਤੁਸੀਂ ਇਸ ਚੀਜ਼ ਨੂੰ ਵਿਸਥਾਰ ਦੇ ਨਾਲ ਵੀ ਦੱਸ ਸਕਦੇ ਹੋ ਕਿ ਕੀ ਜਿਵੇਂ ਕਹਿੰਦੇ ਹੁੰਦੇ ਆ ਕਿ ਕਿਸੇ ਦੀ ਬਾਂਹ ਖੜ ਜਾਂਦੀ ਹੈ ਜਾਂ ਕਿਸੇ ਦੀ ਲੱਤ ਖੜ ਜਾਂਦੀ ਹੈ ਪਰ ਬੰਦਾ ਨਿਰੰਤਰ ਹੈ ਜਿਹੜਾ ਉਹ ਕੰਮ ਕਰਦਾ ਰਹਿੰਦਾ, ਕਿੰਨੀ ਕੁ ਮੁਸ਼ਕਿਲ ਹੈ ਜਿਹੜੀ ਉਹ ਤੁਹਾਨੂੰ ਆਪਣਾ ਕੰਮ ਕਰਨ ਦੇ ਵਿੱਚ ਆਈ? ਸ਼ੁਰੂ ਦੇ ਵਿੱਚ ਗੁਰਲੀਨ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਸਟੱਡੀ ਟਾਈਮ ਦੇ ਦੌਰਾਨ ਹੀ ਇੱਕ ਇੰਜਰੀ ਲੱਗੀ ਸੀ ਸਪਾਈਨ ਦੇ ਵਿੱਚ। ਉਹ ਇੰਜਰੀ ਲੱਗਣ ਦਾ ਕਾਰਨ ਇੱਕ ਐਕਸੀਡੈਂਟ ਬਣਿਆ ਤੇ ਜਿਸ ਦੌਰਾਨ ਮੇਰੀ ਜਿਹੜੀ ਰੀੜ੍ਹ ਦੇ ਚੌਥਾ ਤੇ ਪੰਜਵਾਂ ਮਣਕਾ, ਜਿਹਨੂੰ ਆਪਾਂ L4 L5 ਕਹਿੰਦੇ ਆ, ਉਸ ਏਰੀਏ ਦੀ ਸੱਟ ਸੀਗੀ ਉਹ। ਪਰ ਜਿਵੇਂ ਸਟਾਰਟਿੰਗ ਸੀਗੀ ਸੱਟ ਲੱਗਣ ਤੋਂ ਥੋੜੇ ਟਾਈਮ ਮਗਰੋਂ 2-3 ਦਿਨਾਂ ਬਾਅਦ ਉਸ ਟਾਈਮ ਕੁਛ ਖਾਸ ਮਹਿਸੂਸ ਨਹੀਂ ਹੋ ਰਿਹਾ ਸੀਗਾ, ਕੋਈ ਬੋਡੀ ਨੇ ਕੁਛ ਰਿਐਕਟ ਨਹੀਂ ਕੀਤਾ। ਪਰ ਉਸ ਤੋਂ ਅਚਾਨਕ 3-4 ਸਾਲ ਬਾਅਦ ਜਦੋਂ ਮੈਂ ਆਪਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਜਿਹੜੀ ਆ ਉਹ ਪੂਰੀ ਕਰ ਲਿੱਤੀ ਸੀ ਤਾਂ ਉਸ ਸਮੇਂ ਦੌਰਾਨ ਮੈਂ ਇੱਕ ਵਾਰ, ਜਿੱਦਾਂ ਆਪਾਂ ਘਰੇ ਨੋਰਮਲ ਕੰਮ ਕਰਦੇ ਹੋਈਏ, ਤਾਂ ਮੈਂ ਇੱਕ ਵਾਰ ਆਪਦਾ ਰਸੋਈ ਦੇ ਵਿੱਚ ਖਾਣਾ ਬਣਾ ਰਹੀ ਸੀ, ਸਿਲੰਡਰ ਖਤਮ ਹੋ ਗਿਆ ਤੇ ਸਿਲੰਡਰ ਮੈਂ ਚੇਂਜ ਕਰਨ ਲਈ ਦੂਸਰਾ ਜਿਹੜਾ ਭਰਿਆ ਹੋਇਆ ਸਿਲੰਡਰ ਸੀ ਉਹ ਚੱਕਿਆ। ਜਿੱਦਾਂ ਆਪਾਂ ਨੂੰ ਪਤਾ ਵੀ ਉਹਦਾ 30 ਕਿਲੋ ਦਾ ਵਜ਼ਨ ਰਹਿੰਦਾ ਤੇ ਉਹਨੂੰ ਜਦੋਂ ਮੈਂ ਲਿਫਟ ਕੀਤਾ ਉਹ ਮੇਰੇ ਲਈ ਭਾਰ ਮਤਲਬ ਉਲਟਾ ਪੈ ਗਿਆ ਮੇਰੇ ਤੇ, ਹਨਾ ਕਹਿ ਸਕਦੇ ਹਾਂ ਆਪਾਂ
ਕਿਉਂਕਿ ਇਸ ਤੋਂ ਪਹਿਲਾਂ ਮੈਂ ਨਾਰਮਲ weight ਚੱਕਦੇ ਰਹਿੰਦੀ ਸੀ, ਇਦਾਂ ਨਹੀਂ ਸੀਗਾ, ਬਟ ਉਹ ਆਲ ਆਫ ਸਡਨ ਮੈਂ ਇੱਕ ਹੱਥ ਨਾਲ ਚੱਕਿਆ ਸਿਲੰਡਰ ਜਾਂ ਜਿੱਦਾਂ ਵੀ ਉਹ ਗੱਲ ਹੋਈ। ਤਾਂ ਇਹ ਗੱਲ ਹੋਣੀ ਆ ਕਰੀਬਨ ਦੁਪਹਿਰ ਦੇ ਸਮੇਂ ਦੀ। ਤਾਂ ਮੇਰੀ ਬੋਡੀ ਨੇ ਪਹਿਲੀ ਵਾਰ ਮੇਰੀ ਇੰਜਰੀ ਜਿਹੜੀ ਹੋਈ ਸੀ ਉਹਦੇ ਲਈ ਰਿਐਕਟ ਕੀਤਾ। ਸ਼ਾਮ ਨੂੰ 6-7 ਵਜੇ ਦੇ ਸਮੇਂ ਦੌਰਾਨ, ਮਤਲਬ ਕਰੀਬਨ 5 ਤੋਂ 7 ਘੰਟਿਆਂ ਬਾਅਦ ਜਦੋਂ ਉਹ weight ਮੈਂ ਚੱਕਿਆ ਤਾਂ ਮੇਰੀ ਲੈਗਸ ਦੇ ਵਿੱਚ ਪੇਨ ਜਾਣਾ ਸਟਾਰਟ ਹੋ ਗਿਆ। ਮੈਂ ਉਦੋਂ ਆਪਦੀ ਸਟੱਡੀ ਕਰ ਰਹੀ ਸੀਗੀ ਤੇ ਉਦੋਂ ਅਚਾਨਕ ਬੈਠੇ ਬੈਠੇ ਹੀ ਮੈਂ ਖੜੇ ਹੋਣ ਦੀ ਜਦ ਕੋਸ਼ਿਸ਼ ਕੀਤੀ ਤਾਂ ਮੈਂ ਉੱਥੇ ਡਿੱਗ ਪਈ। ਤੇ ਜਿਹੜੇ ਮੇਰੇ ਨਾਲ ਦੇ ਬੱਚੇ ਸੀ ਉਹਨਾਂ ਨੇ ਮੈਨੂੰ ਚੱਕਣ ਦੀ ਕੋਸ਼ਿਸ਼ ਕੀਤੀ, ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਜਦੋਂ ਪਹਿਲੀ ਵਾਰ ਮੈਨੂੰ ਸਪਾਈਨ ਦਾ ਪੇਨ ਉੱਠਿਆ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ। ਤਾਂ ਉਹ ਵਿਚਾਰੇ ਮੇਰੀ ਹੈਲਪ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਪੇਨ ਇਦਾਂ ਦਾ ਸੀ ਜੋ ਮੈਨੂੰ ਉਸ ਵਕਤ ਉੱਠਿਆ ਵੀ ਨਾ ਤਾਂ ਤੁਸੀਂ ਖੜੇ ਹੋ ਸਕਦੇ ਹੋ, ਨਾ ਤੁਸੀਂ ਬੈਠ ਸਕਦੇ ਹੋ। ਮਤਲਬ ਤੁਹਾਡੀ ਬੋਡੀ ਦੀ ਆਪਾਂ ਕਿਸੇ ਵੀ ਤਰ੍ਹਾਂ ਪੋਜੀਸ਼ਨ ਚੇਂਜ ਕਰਨ ਦੀ ਜੇਕਰ ਕੋਸ਼ਿਸ਼ ਕਰੀਏ ਤਾਂ ਉਹ ਪੇਨ ਨੇ ਹੋਰ ਵਧਣਾ। ਤਾਂ ਉਸ ਵਕਤ ਕੁਝ ਐਸਾ ਵੀ ਟਾਈਮ ਰਿਹਾ ਮੇਰੇ ਤੇ ਵੀ ਜਿਹੜਾ ਉਹ ਸਪਾਈਨ ਦਾ ਦਰਦ ਹੈ ਉਹਨੇ 18 ਤੋਂ 20 ਘੰਟਿਆਂ ਤੱਕ, ਮਤਲਬ ਇੰਨਾ ਕੁ ਜ਼ਿਆਦਾ ਬੋਡੀ ਦੇ ਵਿੱਚ ਡਿਸਟਰਕਸ਼ਨ ਕਰਤੀ। 18 ਤੋਂ 20 ਘੰਟੇ ਲਗਾਤਾਰ ਉਹ ਪੇਨ ਚੱਲਿਆ। ਡਾਕਟਰਸ ਆਪ ਦਾ ਬੈਸਟ ਟਰਾਈ ਕਰ ਰਹੀ ਸੀ, ਪਰ ਕੁਝ ਮੈਨੂੰ ਮੈਡੀਸਿਨ, ਕੋਈ ਇੰਜੈਕਸ਼ਨ, ਕੁਝ ਵੀ ਅਸਰ ਨਹੀਂ ਸੀ ਕਰ ਰਿਹਾ ਉਸ ਵਕਤ ਜਦੋਂ ਪਹਿਲੀ ਵਾਰ ਮੈਨੂੰ ਪੇਨ ਜਿਹੜਾ ਹੋਇਆ, ਆਪਦੀ ਸਪਾਈਨ ਲੌਕ ਦਾ ਪੇਨ ਹੁੰਦਾ ਉਹ ਹੋਇਆ। ਜਦ ਇਹ ਪਹਿਲੀ ਵਾਰ ਪੇਨ ਸਟਾਰਟ ਹੋਇਆ ਸੀਗਾ ਤਾਂ ਜਦੋਂ ਵੀ ਕੁਝ ਵੀ ਬੋਡੀ ਦੇ ਵਿੱਚ ਖਰਾਬੀ ਆਉਂਦੀ ਹੈ ਤਾਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਸਭ ਤੋਂ ਪਹਿਲਾਂ ਆਪਣੇ ਨੂੰ ਟੈਸਟ ਰਿਕਮੈਂਡ ਕਰਦੇ ਨੇ ਵੀ ਆਪਾਂ ਤੁਹਾਡੇ ਇਹ ਵਾਲੇ ਟੈਸਟ ਰਨ ਕਰੀਏ। ਬਟ ਮੇਰੀ ਉਸ ਟਾਈਮ ਇੱਦਾਂ ਦੀ ਪੋਜੀਸ਼ਨ ਹੀ ਨਹੀਂ ਸੀ ਵੀ ਮੈਂ ਕਿਸੇ ਵੀ ਟੈਸਟ ਲਈ ਤਿਆਰ ਹੋ ਸਕਾਂ। ਤਾਂ ਮੈਨੂੰ 18 ਤੋਂ 20 ਘੰਟੇ ਉਹਨਾਂ ਨੇ ਪਹਿਲਾਂ ਟਰੈਕਸ਼ਨ ਤੇ ਰੱਖਿਆ। ਮੂਰਲੇ 18 ਤੋਂ 20 ਘੰਟਿਆਂ ਦੌਰਾਨ ਮੈਨੂੰ ਟਰੈਕਸ਼ਨ ਦਿੱਤਾ ਗਿਆ। ਟਰੈਕਸ਼ਨ ਤੋਂ ਬਾਅਦ 'ਚੋਂ ਜਦੋਂ ਥੋੜ੍ਹਾ ਜਿਹਾ ਬੋਡੀ ਸਟੇਬਿਲਿਟੀ ਹੋਈ ਉਸ ਤੋਂ ਬਾਅਦ 'ਚ ਉਹਨਾਂ ਨੇ ਫਿਰ MRI ਵਗੈਰਾ ਰਨ ਕੀਤੇ ਤੇ ਉਦੋਂ ਉਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਵੀ ਉਹਨਾਂ ਵਿੱਚ ਮਣਕਿਆਂ ਵਿੱਚ ਗੈਪ ਆ ਗਿਆ। ਉਸ ਕਾਰਨ ਜਿਹੜਾ ਪੇਨ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਸੀ। ਉਸ ਪੇਨ ਨੇ ਬੋਡੀ ਤੇ ਇੰਨਾ ਕੁ ਅਸਰ ਕੀਤਾ ਵੀ ਮੈਨੂੰ ਅਗਲੇ ਜਿਹੜੇ 2 ਮੰਥ ਸੀਗੇ ਉਹ ਮੈਂ ਕੰਪਲੀਟਲੀ ਬੈੱਡ 'ਤੇ ਸੀ, ਬੈੱਡ ਰੈਸਟ 'ਤੇ ਸੀ, ਜਿਹਦੇ ਵਿੱਚ ਲੱਕ ਤੋਂ ਥੱਲੇ ਵਾਲਾ ਜਿਹੜਾ ਸਰੀਰ ਹੈ ਉਹ ਕੰਮ ਨਹੀਂ ਸੀ ਕਰ ਰਿਹਾ। ਤਾਂ ਮੈਂ ਵੀਲ ਚੇਅਰ ਦੇ ਉੱਤੇ ਘਰਦਿਆਂ ਦੀ ਹੈਲਪ ਨਾਲ, ਹੈ ਨਾ, ਮਮ ਡੈਡ ਸੀਗੇ ਉਹਨਾਂ ਦੀ ਹੈਲਪ ਨਾਲ ਵੀਲ ਚੇਅਰ 'ਤੇ ਹੀ ਮੂਵ ਕਰਨਾ। ਬਟ ਉਸ ਟਾਈਮ ਦੇ ਦੌਰਾਨ ਜਦੋਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਸੀ, ਜਦੋਂ ਇਹ ਪਹਿਲੀ ਵਾਰ ਇੰਸੀਡੈਂਟ ਹੋਇਆ, ਇਸ ਸਮੇਂ ਦੌਰਾਨ ਕੀ ਹੁੰਦਾ ਹੈ ਜਦੋਂ ਸੱਟ ਲੱਗਣ ਤੋਂ ਮਗਰੋਂ ਮੇਰੇ ਸਾਰੇ ਟੈਸਟ ਵਗੈਰਾ ਰਨ ਕਰਦੇ ਨੇ ਡਾਕਟਰਸ ਤਾਂ ਪਤਾ ਲੱਗਦਾ ਵੀ ਇੰਜਰੀ ਜਿਹੜੀ ਹੈਗੀ ਹੈ ਉਹ ਹੋਈ ਹੈ। ਪਰ ਪਹਿਲਾਂ ਤਾਂ ਇੱਦਾਂ ਧਿਆਨ ਹੀ ਨਹੀਂ ਸੀ ਆ ਰਿਹਾ ਵੀ ਹੋਇਆ ਕੀ ਸੀਗਾ, ਹੈ ਨਾ। ਅਤੇ ਮੈਂ ਥੋੜ੍ਹਾ ਰੀਕੈਪ ਕੀਤਾ ਵੀ ਹਾਂ ਇੱਕ ਵਾਰ 2012 ਦੇ ਵਿੱਚ ਇੱਦਾਂ ਹੋਈ ਸੀ ਇੱਕ ਵਾਰ ਇੰਜਰੀ, ਅਤੇ ਉਸ ਕਰਕੇ ਉਸ ਚੀਜ਼ ਦਾ ਨਤੀਜਾ ਜਿਹੜਾ ਆ 3 ਸਾਲਾਂ ਬਾਅਦ ਸਾਹਮਣੇ ਆਇਆ। 3 ਸਾਲ ਦੇ ਦੌਰਾਨ ਕੋਈ ਟਰਬਲ ਨਹੀਂ ਹੋਇਆ ਕਦੇ ਵੀ। ਅਤੇ ਉਸ ਤੋਂ ਬਾਅਦ 'ਚੋਂ ਮੇਰੀਆਂ ਥੈਰੇਪੀਜ਼ ਚੱਲੀਆਂ, ਐਕੂਪ੍ਰੈਸ਼ਰ ਥੈਰੇਪੀਜ਼ ਚੱਲੀਆਂ। ਤਾਂ ਉਸ ਸਮੇਂ ਅੰਮ੍ਰਿਤਸਰ ਪਿੰਗਲਵਾੜਾ ਤੋਂ ਇੱਕ ਵੀਰ ਸੀ, ਭਾਈ ਹਰਪ੍ਰੀਤ ਸਿੰਘ ਉਹਦਾ ਨਾਮ ਸੀਗਾ ਵੀਰ ਦਾ, ਅਤੇ ਉਹਨਾਂ ਨੇ ਥੈਰੇਪੀਜ਼ ਸਟਾਰਟ ਕੀਤੀਆਂ। ਉਹਨਾਂ ਨੇ, ਕਿਉਂਕਿ ਮੇਰੀ ਇੱਦਾਂ ਦੀ ਕੰਡੀਸ਼ਨ ਸੀ ਵੀ ਮੈਨੂੰ ਬਾਰ-ਬਾਰ ਉਹਨਾਂ ਨੇ ਕਦੇ ਘਰ ਦੇ ਕਾਰ 'ਚ ਨਹੀਂ ਟਰੈਵਲ ਨਹੀਂ ਸੀ ਕਰ ਸਕਦੇ, ਤਾਂ ਉਹਨਾਂ ਨੇ ਘਰ ਆ ਕੇ ਲਗਾਤਾਰ 2 ਮੰਥ ਜਿਹੜੀ ਐਕੂਪ੍ਰੈਸ਼ਰ ਥੈਰੇਪੀ ਕੀਤੀ, ਜਿਹਦੀ ਕਰਕੇ ਮੈਂ ਦੁਬਾਰਾ ਉੱਠੀ। ਅਤੇ ਇਸ ਟਾਈਮ ਦੌਰਾਨ ਜਿੱਦਾਂ 1 ਡਿਗਰੀ ਕੰਪਲੀਟ ਹੋਈ ਸੀਗੀ, BSc ਕੰਪਲੀਟ ਹੋਈ ਸੀ ਮੇਰੀ, ਤਾਂ ਮੈਂ MSc ਨੈਕਸਟ ਮਾਸਟਰਸ ਲਈ ਪ੍ਰੀਪੇਅਰ ਕਰ ਰਹੀ ਸੀ ਆਪਣਾ। ਤਾਂ ਮੈਂ ਕਾਫੀ ਜਗ੍ਹਾ ਐਂਟਰੈਂਸ ਭਰ ਰੱਖੇ ਸੀਗੇ, ਪਰ ਜਦੋਂ ਐਂਟਰੈਂਸ ਦੇਣ ਦਾ ਸਮਾਂ ਆਇਆ, ਕਿਉਂਕਿ ਕੰਪੀਟੀਸ਼ਨ ਦਾ ਸਮਾਂ, ਹਰ ਜਗ੍ਹਾ ਸੀਟਸ ਫੁੱਲ ਹੋ ਜਾਂਦੀਆਂ ਇੱਕ ਪਰਟੀਕੂਲਰ ਟਾਈਮ ਤੋਂ ਮਗਰੋਂ, ਤਾਂ ਉਸ ਸਮੇਂ ਦੌਰਾਨ ਮੈਂ ਕਿਸੇ ਵੀ ਐਂਟਰੈਂਸ 'ਚ ਬੈਠ ਨਹੀਂ ਪਾਈ। ਬਾਵਜੂਦ ਮੈਂ ਸਾਰੇ ਐਂਟਰੈਂਸ ਭਰ ਕੇ ਰੱਖੇ ਹੋਏ ਸੀਗੇ, ਪਰ ਮੈਂ ਕਿਤੇ ਅਪੀਅਰ ਨਹੀਂ ਹੋ ਪਾਈ। ਬਟ ਮੈਨੂੰ, ਮੇਰੇ ਮਨ ਦੇ ਅੰਦਰ ਇਹ ਸੀ ਵੀ ਜੇ ਹੁਣ ਰੁਕ ਗਏ, ਵੀ ਇਸੇ ਚੀਜ਼ ਨੂੰ ਜੇ ਮੈਂ ਲੈ ਕੇ ਬੈਠੀ ਰਹੀ ਤਾਂ ਨੈਕਸਟ ਕੀ ਆ। ਮੈਨੂੰ ਇਹੀ ਚੀਜ਼ ਟਿਕਣ ਨਹੀਂ ਸੀ ਦਿੰਦੀ ਵੀ ਜੇ ਇਹ ਸੱਟ ਹੈ, ਇਹ ਸੱਟ ਹੀ ਸਭ ਕੁਛ ਹੈ। ਜਸਵਿੰਦਰ, ਜਿਵੇਂ ਤੁਸੀਂ ਇਸ ਸੱਟ ਨੂੰ ਪਛਾੜਦੇ ਹੋਏ ਕਿਤੇ ਨਾ ਕਿਤੇ ਆਪਣੇ ਏਮ ਦੇ ਵੱਲ, ਆਪਣੇ ਲਕਸ਼ ਦੇ ਵੱਲ ਵਧੇ, ਤਾਂ ਐਡਮਿਸ਼ਨ ਤੁਸੀਂ ਮਾਸਟਰਸ ਦੇ ਵਿੱਚ ਲਈ, ਕਿਉਂਕਿ ਤੁਸੀਂ ਦੱਸਿਆ ਕਿ ਕੋਈ ਐਂਟਰੈਂਸ ਐਗਜ਼ਾਮ ਵੀ ਤੁਸੀਂ ਉਸ ਟਾਈਮ ਦੇ ਦੌਰਾਨ ਦੇ ਨਹੀਂ ਸਕੇ। ਉਸ ਟਾਈਮ ਦੇ ਦੌਰਾਨ ਜਿੱਦਾਂ ਕਿ ਮੈਂ ਐਂਟਰੈਂਸ ਐਗਜ਼ਾਮ ਜਿਹੜਾ ਸੀਗਾ
ਉਹ ਦੇ ਨਹੀਂ ਸੀ ਪਾ ਰਹੀ। ਪਰ ਕੁਝ ਕੁ ਯੂਨੀਵਰਸਿਟੀਜ਼ ਆਪਣੇ ਪੰਜਾਬ ਦੇ ਅੰਦਰ ਇੱਦਾਂ ਜਿਹੜੀਆਂ ਮੈਰਿਟ ਬੇਸਡ ਐਡਮਿਸ਼ਨ ਕਰਦੇ ਨੇ, ਤਾਂ ਉਹਨਾਂ ਦੇ ਵਿੱਚੋਂ ਮੇਰਾ ਇਹ ਏਮ ਸੀਗਾ ਕਿ ਚਾਹੇ ਮੈਂ ਉਸ ਟਾਈਮ ਬੈੱਡ ਤੇ ਆ, ਬਟ ਮੈਂ ਫਿਰ ਵੀ ਆਪਣੀ ਜਿਹੜੀ ਹੈ ਤਲਾਸ਼ ਜਾਰੀ ਰੱਖੀ। ਮੈਂ ਡੇਲੀ ਕੋਈ ਨਾ ਕੋਈ ਕਾਲਜ ਯੂਨੀਵਰਸਿਟੀ ਸਰਚ ਕਰਦੇ ਰਹਿਣਾ, ਆਊਟ ਆਫ ਸਟੇਟ ਵੀ ਸਰਚ ਕਰਦੀ ਸੀ, ਵਿਦਨ ਪੰਜਾਬ ਵੀ ਸਰਚ ਕਰਦੀ ਰਹਿੰਦੀ ਸੀ ਵੀ ਕਿਤੇ ਨਾ ਕਿਤੇ ਐਡਮਿਸ਼ਨ ਜਿਹੜਾ ਆ ਉਹ ਮੈਨੂੰ ਮਿਲ ਜੇ। ਪਰ ਜਿੱਦਾਂ ਜਿੱਦਾਂ ਸਮਾਂ ਲੰਘ ਰਿਹਾ ਸੀ, ਜਿਹੜਾ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਦਾ ਟਾਈਮ ਆ ਉਹ ਵੀ ਸਾਰੀ ਜਗ੍ਹਾ 'ਤੇ ਸੀਟਾਂ ਆਲਮੋਸਟ ਫੁੱਲ ਹੋ ਜਾਂਦੀਆਂ। ਪਰ ਮੈਂ ਕੀ ਕਰਨਾ, ਮੈਂ ਜਿੱਦਾਂ ਬੈੱਡ 'ਤੇ ਸੀ ਮੈਂ ਪਏ ਰਹਿਣਾ, ਪਰ ਮੈਂ ਫਿਰ ਵੀ ਆਪਦੇ ਉਸ ਟਾਈਮ ਲੈਂਡਲਾਈਨ ਤੋਂ ਟਰਾਈ ਕਰਦੇ ਰਹਿਣਾ, ਹਰ ਕਿਤੇ ਕਾਲ ਕਰਨੀ, ਪੁੱਛਣਾ ਵੀ ਇਸ ਸਟਰੀਮ ਦੇ ਵਿੱਚ ਜੇਕਰ ਕਿਤੇ ਵੀ ਸੀਟ ਆਪਾਂ ਨੂੰ ਮਿਲ ਜੇ। ਤਾਂ ਉਸ ਦੌਰਾਨ 2-3 ਯੂਨੀਵਰਸਿਟੀਜ਼ ਸ਼ਾਰਟਲਿਸਟ ਕੀਤੀਆਂ, ਜਿਨ੍ਹਾਂ ਦੀਆਂ ਕਾਉਂਸਲਿੰਗਸ ਵੀ ਮੈਂ ਅਟੈਂਡ ਕੀਤੀਆਂ, ਚਾਹੇ ਉਸ ਟਾਈਮ ਮੈਂ ਵੀਲ ਚੇਅਰ 'ਤੇ ਸੀ। ਬਟ ਹੌਲੀ ਹੌਲੀ ਥੈਰੇਪੀ ਦੀ ਹੈਲਪ ਨਾਲ ਮੈਂ ਠੀਕ ਹੁੰਦੀ ਗਈ ਅਤੇ ਐਟ ਲਾਸਟ ਮੈਨੂੰ ਸੈਪਟੰਬਰ ਮੰਥ ਵਿੱਚ ਜਾ ਕੇ ਜਲੰਧਰ ਯੂਨੀਵਰਸਿਟੀ ਦੇ ਵਿੱਚ ਸੀਟ ਮਿਲ ਗਈ ਸੀ। ਜਸਵਿੰਦਰ, ਜਿਵੇਂ ਤੁਸੀਂ ਦੱਸਿਆ ਕਿ ਐਡਮਿਸ਼ਨ ਲੈਣ ਦੇ ਲਈ ਵੀ ਇੱਕ ਬਹੁਤ ਜਿਹੜੀ ਜੱਦੋ-ਜਹਿਦ ਹੈ ਉਹ ਤੁਹਾਨੂੰ ਕਰਨੀ ਪਈ, ਕੀ ਉਸ ਤੋਂ ਬਾਅਦ ਵੀ ਪੜ੍ਹਾਈ ਦੇ ਦੌਰਾਨ ਤੁਹਾਨੂੰ ਕੋਈ ਮੁਸ਼ਕਿਲ ਹੈ ਜਿਹੜੀਆਂ ਉਹ ਇਸ ਸੱਟ ਦੇ ਕਰਕੇ ਆਈਆਂ ਜਾਂ ਕਿਸੇ ਹੋਰ ਕਾਰਨ ਦੇ ਕਰਕੇ ਆਈਆਂ? ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਮਾਸਟਰ ਡਿਗਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਨੰਬਰ ਆਫ ਸਮੈਸਟਰ ਸਿਸਟਮ ਹੈ। ਪਹਿਲੀ ਗੱਲ ਤਾਂ ਕੋਰਸਿਸ ਕਾਫੀ ਜ਼ਿਆਦਾ ਹੁੰਦੇ ਨੇ, ਤਾਂ ਇਸ ਦੌਰਾਨ ਜਿੱਦਾਂ ਕਲਾਸਿਸ ਲੱਗਣ ਦਾ ਸਮਾਂ ਕਾਫੀ ਲੰਬਾ ਸੀ, ਕਰੀਬਨ 7-8 ਘੰਟਿਆਂ ਦਾ ਸਮਾਂ ਹੁੰਦਾ ਸੀ, ਜਿਹਦੇ ਦੌਰਾਨ ਤੁਸੀਂ ਕਲਾਸਿਸ ਅਟੈਂਡ ਕਰਨੀਆਂ ਹੁੰਦੀਆਂ ਸੀ, ਲੈਬ ਕਰਨੀ ਹੁੰਦੀ ਸੀ, ਅਤੇ ਉਸ ਤੋਂ ਬਾਅਦ 'ਚੋਂ ਆਪਣਾ ਇੱਕ ਸੈਲਫ ਸਟੱਡੀ ਦਾ ਟਾਈਮ ਹੁੰਦਾ। ਮਤਲਬ ਜਿਹੜੀ ਮੇਨ ਇਸ਼ੂ ਆਇਆ ਉਹ ਬੈਠਣ ਸਿਟਿੰਗ ਦੀ ਪ੍ਰੋਬਲਮ ਆਈ, ਤਾਂ ਮੋਸਟ ਆਫ ਦ ਟਾਈਮ ਸਿਟਿੰਗ ਦੇ ਦੌਰਾਨ ਪ੍ਰੋਬਲਮ ਆਉਂਦੀ, ਬੈਕ ਦੇ ਵਿੱਚ ਪੇਨ ਹੋਣ ਲੱਗ ਜਾਂਦਾ, ਲੈਗਸ ਦੇ ਵਿੱਚ ਨਮਨੈਸ ਹੁੰਦੀ ਸੀਗੀ, ਅਤੇ ਮੈਂ ਜ਼ਿਆਦਾ ਟਾਈਮ ਟਰੈਵਲ ਨਹੀਂ ਸੀ ਕਰ ਪਾਉਂਦੀ ਕਿਤੇ ਵੀ, ਕਿਉਂਕਿ ਉੱਦਾਂ ਮੇਰੀ ਡਾਕਟਰ ਨੇ ਮੈਨੂੰ ਇਹ ਰਿਕਮੈਂਡ ਕੀਤਾ ਹੋਇਆ ਸੀ ਵੀ ਤੁਸੀਂ ਆਪਣੀ ਬੋਡੀ ਨੂੰ ਉਸ ਹਿਸਾਬ ਨਾਲ ਰੱਖਣਾ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜਰਕ ਨਾ ਲੱਗੇ। ਜਿੱਦਾਂ ਕਿ 2 ਸਾਲਾਂ ਦੇ ਮੇਰੇ ਕੋਰਸ ਦੇ ਦੌਰਾਨ ਮੈਨੂੰ ਕਾਫੀ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੇਨਲੀ ਸਿਟਿੰਗ ਦੇ ਵਿੱਚ ਦਿੱਕਤ ਆਉਣੀ, ਕਿਉਂਕਿ ਕਾਫੀ ਘੰਟਿਆਂ ਦੀ ਪੜ੍ਹਾਈ ਹੁੰਦੀ ਸੀ, ਅਤੇ ਇਸ ਤੋਂ ਇਲਾਵਾ ਭਾਰ ਚੁੱਕਣ ਵਿੱਚ, ਜਿੱਦਾਂ ਆਪਾਂ ਆਪਦੇ ਹੋਸਟਲ ਵਿੱਚ ਰਹਿਣ ਦੌਰਾਨ ਛੋਟੇ ਵੱਡੇ ਕੰਮ ਕਰਦੇ ਰਹਿੰਦੇ ਹਾਂ, ਹੈ ਨਾ, ਉਹਦੇ ਵਿੱਚ ਭਾਰ ਚੁੱਕਣ ਦੌਰਾਨ ਮੈਨੂੰ ਦਿੱਕਤ ਆਉਣੀ। ਮੈਨੂੰ ਡਾਕਟਰ ਨੇ ਰਿਕਮੈਂਡ ਕੀਤਾ ਹੋਇਆ ਸੀ ਵੀ ਤੁਸੀਂ 5 ਕਿਲੋ ਤੋਂ ਉੱਪਰ ਵੇਟ ਨਹੀਂ ਲਿਫਟ ਕਰਨਾ, ਹੈ ਨਾ, ਅਤੇ ਇਸ ਤੋਂ ਇਲਾਵਾ ਟਰੈਵਲ ਕਰਨ ਦੇ ਵਿੱਚ ਵੀ ਮੈਨੂੰ ਕਾਫੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹਦਾ ਜਿਹੜਾ ਪੱਕਾ ਜਿਹੜਾ ਇਲਾਜ ਹੈ ਉਹ ਡਾਕਟਰ ਦੇ ਅਕੋਰਡਿੰਗ ਸਰਜਰੀ ਸੀ ਵੀ ਤੁਸੀਂ ਆਪਦੀ ਸਪਾਈਨ ਦੀ ਸਰਜਰੀ ਕਰਵਾਓ, ਕਿਉਂਕਿ ਜੇ ਇਹ ਜਿਹੜੇ ਤੁਹਾਨੂੰ ਪੇਨ ਹੋ ਰਹੇ ਨੇ, ਜਿਹੜੀ ਇਹ ਦਰਦ ਬਾਰ-ਬਾਰ ਉੱਠ ਰਿਹਾ ਸਪਾਈਨ ਦਾ, ਇਹਦੇ ਕਰਕੇ ਤੁਹਾਡੀ ਬੋਡੀ ਦੇ ਵਿੱਚ ਪਰਮਾਨੈਂਟ ਡੈਮੇਜ ਹੋ ਸਕਦਾ ਕਿਸੇ ਤਰ੍ਹਾਂ ਦਾ। ਉਹ ਪਰਮਾਨੈਂਟ ਡੈਮੇਜ ਪੈਰਾਲਾਈਸਿਸ ਦੇ ਰੂਪ ਵਿੱਚ ਵੀ ਹੋ ਸਕਦਾ, ਜਾਂ ਤੁਹਾਡਾ ਜਿਹੜਾ ਹੈਗਾ ਐਕਸਕ੍ਰੀਟਰੀ ਸਿਸਟਮ ਉਹ ਖਰਾਬ ਹੋ ਸਕਦਾ, ਤੁਹਾਡੀਆਂ ਕਿਡਨੀਆਂ 'ਤੇ ਅਸਰ ਪੈ ਸਕਦਾ। ਸਰਜਰੀ ਕਰਵਾਉਣਾ ਇੱਕ ਲਾਸਟ ਆਪਸ਼ਨ ਸੀ, ਬਟ ਫਿਰ ਵੀ ਅਸੀਂ ਕਾਫੀ ਥੈਰੇਪੀਜ਼ ਮੈਂ ਲਿੱਤੀਆਂ। ਫਿਜ਼ੀਓਥੈਰੇਪੀ ਕਿੱਦਾਂ ਦੀ ਚੀਜ਼ ਸੀ ਜਿਹਦੇ ਨਾਲ ਉਹ ਚੀਜ਼ ਕਾਫੀ ਹੱਦ ਤੱਕ ਘੱਟ ਜਾਂਦੀ ਸੀ, ਮਤਲਬ ਵੀ ਜਿੱਦਾਂ ਕਹਿ ਲਓ ਗੱਡੀ ਚੱਲੀ ਜਾਂਦੀ ਹੈ, ਬਟ ਉਹ ਇੱਕ ਪਰਮਾਨੈਂਟ ਇਲਾਜ ਨਹੀਂ ਸੀਗਾ, ਅਤੇ ਇਹ ਸਾਰੀਆਂ ਮੁਸ਼ਕਿਲਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ। ਇਸ ਸਭ ਦੇ ਦੌਰਾਨ ਯੂਨੀਵਰਸਿਟੀ ਦੇ ਵਿੱਚ ਇੱਕ ਘਟਨਾ ਵਾਪਰੀ। ਮੇਰੀ ਇੱਕ ਫਰੈਂਡ ਸੀ ਦੂਸਰੇ ਡਿਪਾਰਟਮੈਂਟ ਤੋਂ, ਆਪਾਂ ਯੂਨੀਵਰਸਿਟੀ ਦੇ ਗੇਟ 'ਤੇ ਹੀ ਖੜ੍ਹੇ ਹੋਏ ਸੀਗੇ, ਤਾਂ ਇੱਕੋ ਦਮ ਉਹ ਬੱਸ 'ਚੋਂ ਉਤਰੀ, ਤਾਂ ਬੱਸ ਵਾਲੇ ਨੇ ਚੰਗੀ ਤਰ੍ਹਾਂ ਬ੍ਰੇਕ ਨਹੀਂ ਲਗਾਏ ਉਸ ਜਗ੍ਹਾ 'ਤੇ ਸਪੌਟ 'ਤੇ, ਅਤੇ ਬੱਸ ਥੋੜ੍ਹੀ ਜਿਹੀ ਤੇਜ਼ੀ ਸੀਗੀ, ਤਾਂ ਉਹਨੇ ਉਹਨੂੰ ਉਤਰਨ ਲਈ ਕਹਿ ਤਾ, ਤਾਂ ਉਹ ਬੱਸ ਤੋਂ ਉਤਰਨ ਸਾਰ ਡਿੱਗ ਪਈ, ਅਤੇ ਮੈਂ ਉਹਨੂੰ ਭੱਜ ਕੇ ਜਾ ਕੇ ਚੱਕ ਲਿਆ। ਅਸੀਂ ਕਿਸੇ ਨੂੰ ਚੜ੍ਹਾਉਣ ਆਏ ਸੀ। ਮੇਰੇ ਇੱਕ ਮਿੰਟ ਲਈ ਵੀ ਇਹ ਦਿਮਾਗ 'ਚ ਖਿਆਲ ਨਹੀਂ ਆਇਆ ਵੀ ਮੈਨੂੰ ਡਾਕਟਰ ਨੇ ਰਿਕਮੈਂਡ ਕੀਤਾ ਹੋਇਆ ਵੀ ਤੁਸੀਂ ਭਾਰ ਨਹੀਂ ਚੱਕਣਾ, ਅਤੇ ਮੈਂ ਉਹਨੂੰ ਚੱਕਿਆ। ਚੱਕਣ ਤੋਂ ਬਾਅਦ 'ਚੋਂ ਉਹਦੇ ਸੱਟ ਲੱਗੀ ਹੋਈ ਸੀ, ਉਹਦੀ ਬਾਂਹ ਦਾ ਮਾਸ ਫਟ ਗਿਆ ਸੀਗਾ, ਪੈਰ 'ਤੇ ਵੀ ਉਹਦੇ ਸੱਟ ਆਈ, ਉਹਨੂੰ ਹੌਸਪੀਟਲ ਲੈ ਕੇ ਗਏ, ਅਤੇ ਅਗਲੇ ਦਿਨ ਸੰਡੇ ਸੀਗਾ, ਅਤੇ ਸੋਮਵਾਰ ਨੂੰ ਸਾਡਾ ਪਹਿਲਾ ਇਗਜ਼ਾਮ ਸੀ, ਤਾਂ ਐਤਵਾਰ ਨੂੰ ਮੈਨੂੰ ਪੇਨ ਸਟਾਰਟ ਹੋ ਗਿਆ, ਆਪਦਾ ਸਪਾਈਨ ਪੇਨ। ਉਹ ਇੰਨਾ ਕੁ ਸਵੀਅਰ ਹੋਇਆ ਵੀ ਫਿਰ ਤੋਂ ਮੈਂ ਅਗੇਨ ਬੈੱਡ ਰੈਸਟ ਲਈ ਹੋ ਗਈ ਸੀ, ਤਾਂ ਮੈਥੋਂ ਬੈਠਣ ਦੀ ਮੇਰੀ ਕਪੈਸਿਟੀ ਨਹੀਂ ਸੀ ਹੁੰਦੀ, ਤਾਂ ਮੈਂ ਇੱਦਾਂ ਹੀ ਖੜ੍ਹੇ ਹੋ ਕੇ ਪੜ੍ਹੇ ਜਾਣਾ, ਅਤੇ 3-3 ਘੰਟਿਆਂ ਦੇ ਇਗਜ਼ਾਮ ਵੀ ਜਿਹੜੇ ਸੀ ਮੈਂ ਉਹ ਖੜ੍ਹੇ ਹੋ ਕੇ ਦੇਣੇ ਜਾ ਕੇ। ਇੰਨੇ ਮੁਸ਼ਕਿਲ ਸਮੇਂ ਦੇ ਦੌਰਾਨ ਤੁਸੀਂ ਪੜ੍ਹਾਈ ਕੀਤੀ। ਜਦੋਂ ਕਈ ਵਾਰ ਅਸੀਂ ਨੌਬਰ ਨਾ ਹੁੰਦੇ ਹਾਂ, ਉਦੋਂ ਵੀ ਅਸੀਂ ਕਿਸੇ ਨਾ ਕਿਸੇ ਗੱਲ ਦੇ ਲਈ ਕਈ ਵਾਰ ਬਹਾਨੇ ਆ ਜਿਹੜੇ ਉਹ ਲੱਭਦੇ ਰਹਿੰਦੇ ਹਾਂ। ਅਕਸਰ ਅਸੀਂ ਇਹ ਦੇਖਦੇ ਹਾਂ ਕਿ ਪੜ੍ਹਾਈ ਦੇ ਦੌਰਾਨ ਬੱਚਿਆਂ ਦੇ ਵਿੱਚ ਇੱਕ ਇਸ ਚੀਜ਼ ਦਾ ਵੀ ਰੁਝਾਨ ਵੱਧ ਜਾਂਦਾ ਹੈ ਕਿ ਕਿਵੇਂ
ਕਿਸੇ ਚੀਜ਼ ਤੋਂ ਬਹਾਨਾ ਜਿਹੜਾ ਉਹ ਬਣਾਇਆ ਜਾਵੇ। ਬਹੁਤ ਘੱਟ ਬੱਚੇ ਅਜਿਹੇ ਵੀ ਹੁੰਦੇ ਨੇ ਜਿਹੜੇ ਆਪਣੇ ਕੰਮ ਦੇ ਪ੍ਰਤੀ, ਆਪਣੀ ਪੜ੍ਹਾਈ ਦੇ ਪ੍ਰਤੀ ਆਪਣੀ ਪੂਰੀ ਡੈਡੀਕੇਸ਼ਨ ਹੈ ਉਹ ਦਿਖਾਉਂਦੇ ਨੇ। ਜਸਵਿੰਦਰ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਇੰਨੇ ਮੁਸ਼ਕਿਲ ਸਮੇਂ ਦੇ ਵਿੱਚੋਂ ਜਿਹੜਾ ਇੰਨਾ ਵਕਤ ਹੈ ਉਹ ਕੱਢਿਆ, ਪੜ੍ਹਾਈ ਕੀਤੀ, ਆਪਣੀ ਹਿੰਮਤ ਦੇ ਨਾਲ, ਆਪਣੇ ਹੌਸਲੇ ਦੇ ਨਾਲ ਅੱਗੇ ਵਧੇ। ਕੀ ਜਦੋਂ ਤੁਸੀਂ ਟੀਚਿੰਗ ਲਾਈਨ ਨੂੰ ਜੁਆਇਨ ਕੀਤਾ, ਕੀ ਇਹ ਵੀ ਗੱਲ ਦਿਮਾਗ ਦੇ ਵਿੱਚ ਆਈ ਕਿ ਇੰਨਾ ਲੰਬਾ ਸਮਾਂ ਖੜੇ ਹੋ ਕੇ ਕਲਾਸ ਦੇ ਵਿੱਚ ਪੜ੍ਹਾਉਣਾ ਜਾਂ ਬੱਚਿਆਂ ਨੂੰ ਕੁਝ ਸਮਝਾਉਣਾ ਵੀ ਕਦੇ ਤੁਹਾਡੇ ਲਈ ਕੋਈ ਮੁਸ਼ਕਿਲ ਬਣ ਸਕਦਾ ਹੈ ਜਾਂ ਬਣਿਆ ਹੋਵੇ? ਗੁਰਲੀਨ, ਜਿੱਦਾਂ ਕਿ ਜਦੋਂ ਸਟੱਡੀ ਕੰਪਲੀਟ ਹੋਈ, ਮੇਰੀ ਮਾਸਟਰਸ ਕੰਪਲੀਟ ਹੋਈ, ਤਾਂ ਉਸ ਟਾਈਮ ਮੇਰੀ ਸਰਜਰੀ ਹੋਈ ਹੈ। ਸਰਜਰੀ ਦੇ ਦੌਰਾਨ, ਸਰਜਰੀ ਤੋਂ ਬਾਅਦ ਵੀ 1 ਸਾਲ ਮੈਂ ਕਰੀਬਨ ਮੈਡੀਕਲ ਲੀਵ 'ਤੇ ਰਹੀ ਸੀ। ਤਾਂ 1 ਸਾਲ ਦੇ ਵਿੱਚ ਮੈਂ ਹੀਲ ਹੋਣਾ ਸਟਾਰਟ ਕੀਤਾ। ਬੈੱਡ ਰੈਸਟ 'ਤੇ ਸੀ, ਟਾਈਮ ਲੱਗਿਆ, ਹੌਲੀ ਹੌਲੀ ਠੀਕ ਹੁੰਦੇ ਗਏ, ਤੁਰਨਾ ਸਟਾਰਟ ਕੀਤਾ, ਤੁਰ ਕੇ ਫਿਰ ਹੌਲੀ ਹੌਲੀ ਜੋਗਿੰਗ ਸਟਾਰਟ। ਉਸ ਤੋਂ ਬਾਅਦ 'ਚ ਜਦੋਂ ਜੌਬ ਜੁਆਇਨ ਕੀਤੀ, ਉਸ ਸਮੇਂ ਮੇਰੀ ਹਾਲਤ ਬਿਲਕੁਲ ਠੀਕ ਸੀ, ਬਟ ਇੱਕ ਟਰੋਮੈਟਿਕ ਸਟੇਜ ਸੀਗੀ, ਕਿਉਂਕਿ 1 ਸਾਲ ਬਿਲਕੁਲ ਤੁਸੀਂ ਬੈੱਡ ਰੈਸਟ 'ਤੇ ਹੋ, ਤੁਹਾਡੇ ਲਈ ਪੂਰੀ ਜ਼ਿੰਦਗੀ ਖੜ ਜਾਂਦੀ ਹੈ। ਚਾਹੇ ਕਮਰੇ ਤੋਂ ਬਾਹਰ ਦੁਨੀਆ 'ਚ ਸਭ ਚੱਲ ਰਿਹਾ, ਪਰ ਤੁਹਾਡੇ ਲਈ ਸਭ ਕੁਝ ਖੜਾ ਹੋਇਆ। ਅਤੇ ਮੈਂ ਚਾਹੁੰਦੀ ਸੀ ਵੀ ਮੈਂ ਇਸ ਚੀਜ਼ ਤੋਂ ਬਾਹਰ ਨਿਕਲਾਂ, ਟਰੋਮੇ ਤੋਂ ਬਾਹਰ ਨਿਕਲਾਂ, ਕਿਉਂਕਿ ਤੁਸੀਂ ਬੈੱਡ 'ਤੇ ਪਏ ਹੋ, ਤੁਹਾਨੂੰ 10 ਖਿਆਲ ਆਉਂਦੇ ਆ, 10 ਜਾਂਦੇ ਆ, ਅਤੇ ਉਹ ਸਾਰੀ ਆਲਮੋਸਟ ਨੈਗੇਟਿਵ ਹੀ ਹੁੰਦੇ ਨੇ। ਚਾਹੇ ਕੋਈ ਕਿੰਨਾ ਕੁਛ ਮਰਜ਼ੀ ਪੋਜ਼ੀਟਿਵ ਕਹੀ ਚੱਲੇ, ਕੁਛ ਵੀ ਹੈ, ਬਟ ਐਟ ਦ ਐਂਡ ਆਫ ਡੇ ਤੁਸੀਂ ਇਕੱਲੇ ਹੋ ਜਿਹੜੇ ਸਫ਼ਰ ਕਰ ਰਹੇ ਹੋ। ਤੁਸੀਂ ਮੈਂਟਲ ਪੇਨ ਵੀ ਲੈ ਰਹੇ ਹੋ ਅਤੇ ਫਿਜ਼ੀਕਲ ਪੇਨ ਵੀ ਲੈ ਰਹੇ ਹੋ। ਤਾਂ ਇਸ ਚੀਜ਼ ਤੋਂ ਬਾਹਰ ਨਿਕਲਣ ਲਈ ਜਿਹੜਾ ਆ ਆਪਦੇ ਆਪ ਨੂੰ ਬਿਜ਼ੀ ਰੱਖਣ ਦੀ ਪਲਾਨ ਕੀਤੀ ਵੀ ਪੂਰਾ ਮੈਂ ਬਿਜ਼ੀ ਰਹਿਣਾ। ਤਾਂ ਮੈਂ ਜੌਬ ਜੁਆਇਨ ਕੀਤੀ, 2 ਜਗ੍ਹਾ ਮੈਂ ਜੌਬ ਕਰਨੀ। ਅਤੇ ਉਸ ਸਮੇਂ ਦੌਰਾਨ ਮੇਰਾ ਬੱਚਿਆਂ ਨਾਲ, ਜਿੱਦਾਂ ਕਿ ਮੇਰਾ ਸਬਜੈਕਟ ਸੀਗਾ ਸਾਇੰਸ ਦੇ ਵਿੱਚ, ਤਾਂ ਮੇਰੀ ਬੱਚਿਆਂ ਨਾਲ ਕਾਫੀ ਜ਼ਿਆਦਾ ਇੰਟਰੈਕਸ਼ਨ ਰਹਿੰਦੀ ਹੈ ਨਾ, ਕਿ ਸਿਰਫ ਆਪਾਂ ਲਿਖਤੀ ਪੜ੍ਹਾਈ ਤੋਂ ਲਹਿਦਾ ਜਿਹੜੀ ਅਸਲ ਦੁਨੀਆ ਆ ਉਹਦੇ ਬਾਰੇ ਵੀ ਗੱਲ ਕਰੀਏ। ਅਤੇ ਉਸ ਚੀਜ਼ ਨੇ ਬੱਚਿਆਂ ਨਾਲ ਮਿਲ ਕੇ, ਬੱਚਿਆਂ ਨਾਲ ਗੱਲਬਾਤ ਕਰਕੇ, ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ, ਕਿਤੇ ਨਾ ਕਿਤੇ ਕਈ ਵਾਰ ਆਪਦੀਆਂ ਮੁਸ਼ਕਿਲਾਂ ਛੋਟੀਆਂ ਲੱਗਦੀਆਂ ਨੇ। ਇਹ ਚੀਜ਼ ਮੈਨੂੰ ਮਹਿਸੂਸ ਹੋਈ ਅਤੇ ਇਹੀ ਇੱਕ ਕਾਰਨ ਹੈ ਕਿ ਸਮਾਂ ਪੈਂਦਾ ਗਿਆ ਅਤੇ ਮੈਂ ਹੌਲੀ ਹੌਲੀ ਇਹ ਜਿਹੜਾ ਮੈਂਟਲ ਟਰੋਮਾ ਹੁੰਦਾ ਹੈ ਆਫਟਰ ਸਰਜਰੀ, ਉਸ ਤੋਂ ਬਾਹਰ ਆਈ। ਜਸਵਿੰਦਰ, ਤੁਸੀਂ ਦੱਸਿਆ ਕਿ ਇੱਕ ਜਿਹੜਾ ਦਿਮਾਗੀ ਰੂਪ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਪਰੇਸ਼ਾਨ ਹੋ ਜਾਂਦੇ ਹਾਂ। ਬੇਸ਼ੱਕ ਕਾਫੀ ਮੁਸ਼ਕਿਲਾਂ ਨੇ ਜਿਹੜੀਆਂ ਉਹ ਵੱਡੀਆਂ ਰਹੀਆਂ, ਅਸੀਂ ਆਪਣੇ ਆਪ ਦਾ ਬਹੁਤ ਜਿਹੜਾ ਹਿੰਮਤ ਅਤੇ ਹੌਸਲੇ ਦੇ ਨਾਲ ਸਾਥ ਦਿੱਤਾ। ਕੀ ਸੁਨੇਹਾ ਜਿਹੜਾ ਜਾਂਦੇ ਜਾਂਦੇ ਸਾਡੇ ਯੁਵਾ ਸਰੋਤਿਆਂ ਦੇ ਨਾਮ ਕਰਨਾ ਚਾਹੋਗੇ? ਮੈਂ ਗੁਰਲੀਨ ਇਹ ਲਾਸਟ ਵਿੱਚ ਇਹੀ ਕਹਿਣਾ ਚਾਹੂੰਗੀ ਵੀ ਮੁਸ਼ਕਿਲਾਂ ਆਉਂਦੀਆਂ ਨੇ, ਉਹ ਤੁਹਾਨੂੰ ਬਹੁਤ ਹੀ ਸਟਰੋਂਗ ਬਣਾ ਕੇ ਜਾਂਦੀਆਂ ਨੇ। ਆਪਣਾ ਜਿਹੜਾ ਵਿਊ ਪੁਆਇੰਟ ਆ, ਕਿਤੇ ਨਾ ਕਿਤੇ ਉਹ ਮੈਟਰ ਕਰਦਾ ਵੀ ਆਪਾਂ ਉਹਨਾਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਉਹਨਾਂ ਨੂੰ ਆਪਾਂ ਕਿੱਦਾਂ ਲੈ ਰਹੇ ਹਾਂ, ਆਪਾਂ ਉਹਨੂੰ ਕਿਸ ਵੇ 'ਚ ਲੈ ਰਹੇ ਹਾਂ। ਆਪਾਂ ਉਹਨਾਂ ਮੁਸ਼ਕਿਲਾਂ ਨੂੰ ਇਸ ਵੇ 'ਚ ਵੀ ਲੈ ਸਕਦੇ ਹਾਂ ਵੀ ਆਪਾਂ ਹੋਰ ਮਜ਼ਬੂਤ ਹੋਈਏ, ਹੋਰ ਸਖਤ ਹੋਈਏ, ਨਾ ਕਿ ਉਹਨਾਂ ਦੇ ਨਾਲ ਬਹਿ ਕੇ ਅਤੇ ਢੇਰੀਆਂ ਢਾਹ ਕੇ ਬਹਿ ਜਾਈਏ। ਜਾਂਦੇ ਜਾਂਦੇ ਜਸਵਿੰਦਰ, ਇਹ ਵੀ ਜ਼ਰੂਰ ਦੱਸਿਓ ਕਿ ਤੁਹਾਡਾ ਜ਼ਿੰਦਗੀ ਦਾ ਉਦੇਸ਼ ਹੈ ਜਿਹੜਾ ਉਹ ਕੀ ਹੈ? ਜਿੱਦਾਂ ਕਿ ਮੈਂ ਗੁਰਲੀਨ ਤੁਹਾਨੂੰ ਦੱਸਿਆ ਵੀ ਆਪਣਾ ਮਾਲਵਾ ਜਿਹੜਾ ਇਲਾਕਾ ਆ, ਇਹ ਪੂਰਾ ਦਾ ਪੂਰਾ ਮਾਲਵਾ ਏਰੀਆ ਇੱਕ ਪੂਰੀ ਕੈਂਸਰ ਬੈਲਟ ਹੈ। ਇੱਥੇ ਆਪਣੇ ਜੇ ਆਪਾਂ ਰਿਪੋਰਟਸ ਚੱਕ ਕੇ ਦੇਖੀਏ, ਪਿਛਲੇ ਕੁਝ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੌਰਾਨ ਸਰਵੇ ਹੋਏ ਨੇ, ਜੇਕਰ ਉਹਨਾਂ ਨੂੰ ਦੇਖੀਏ ਆਪਾਂ, ਤਾਂ ਇਸ ਏਰੀਏ ਦੇ ਵਿੱਚ ਕੈਂਸਰ ਦੇ ਜਿਹੜੇ ਮਰੀਜ਼ ਨੇ ਉਹ ਸਭ ਤੋਂ ਵੱਧ ਗਿਣਤੀ ਵਿੱਚ ਪਾਏ ਜਾਂਦੇ ਨੇ। ਸਪੈਸ਼ਲੀ ਜਿਹੜਾ ਆਪਣਾ ਬਠਿੰਡੇ ਦਾ ਇਲਾਕਾ, ਤਲਵੰਡੀ ਸਾਬੋ ਦਾ ਏਰੀਆ ਅਤੇ ਨਾਲ ਲੱਗਦੇ ਕੁਛ ਆਪਣੇ ਇਲਾਕੇ ਨੇ, ਇਹਨਾਂ ਦੇ ਵਿੱਚ ਕੈਂਸਰ ਦੀ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਗਿਣਤੀ ਹੈ ਮਰੀਜ਼ਾਂ ਦੀ। ਤਾਂ ਮੇਰਾ ਮਕਸਦ, ਜਿੱਦਾਂ ਕਿ ਮੇਰੀ ਪੜ੍ਹਾਈ ਵੀ ਇਸੇ ਚੀਜ਼ ਨਾਲ ਰਿਲੇਟਡ ਹੈ, ਤਾਂ ਮੇਰਾ ਮਕਸਦ ਇਹ ਹੈ ਵੀ ਮੈਂ ਅੱਗੇ ਜਾ ਕੇ ਆਪਦੀ ਜਿਹੜੀ ਰਿਸਰਚ ਹੈ ਕੈਂਸਰ ਦੇ ਵਿੱਚ ਕਰਾਂ, ਅਤੇ ਮੈਂ ਉਸ ਲਈ ਟਰਾਈ ਵੀ ਕਰ ਰਹੀ ਹਾਂ, ਕਾਫੀ ਅੱਛੀ ਜਗ੍ਹਾ 'ਤੇ ਟਰਾਈ ਕਰ ਰਹੀ ਹਾਂ। ਅਤੇ ਇਸ ਇਲਾਕੇ ਲਈ, ਇਸ ਲੋਕਾਂ ਲਈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਾਰਨ ਕੀ ਨੇ, ਅਤੇ ਉਹਨਾਂ ਚੀਜ਼ਾਂ 'ਤੇ ਆਪਾਂ ਕੰਮ ਕਰੀਏ ਅਤੇ ਆਪਾਂ ਕੁਛ ਜ਼ਿੰਦਗੀਆਂ ਬਚਾ ਸਕੀਏ ਆਉਣ ਵਾਲੀਆਂ।
ਜਸਵਿੰਦਰ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਏ ਸਾਡੇ ਯੁਵਾ ਸਾਥੀਆਂ ਨੂੰ ਬਹੁਤ ਸੋਹਣੀਆਂ ਹਿੰਮਤ ਹੌਸਲੇ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦੇ ਹਾਂ ਕਿ ਯੁਵਾ ਸਾਥੀ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਗੁਰਲੀਨ ਮੈਮ, ਮੈਨੂੰ ਅੱਜ ਇੱਥੇ ਬੁਲਾਉਣ ਲਈ। ਡਾਇਰੈਕਟਰ ਰਾਜੀਵ ਅਰੋੜਾ, ਪ੍ਰੋਗਰਾਮ ਇੰਚਾਰਜ ਮਨਦੀਪ ਰਜੋਰਾ, ਮੈਂ ਸਰ ਹੋਰਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਇਸ ਕਾਬਲ ਸਮਝਿਆ ਵੀ ਇੱਥੇ ਬੁਲਾਇਆ ਅਤੇ ਮੈਨੂੰ ਤੁਹਾਡੇ ਰੂਬਰੂ ਕਰਾਇਆ। ਇਸ ਦੇ ਨਾਲ ਹੀ ਯੁਵਾ ਸਰੋਤਿਓ, ਮੈਨੂੰ ਗੁਰਲੀਨ ਸਿੱਧੂ ਨੂੰ ਅੱਜ ਦਾ ਪ੍ਰੋਗਰਾਮ ਯੁਵਾਣੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ।